कि कित्थे तुहानूं की लगदा है कि चीज़ सुधार करन दी लोड़ है कि आप सरकार दे विच इस चीज़ ਦੀ कमी रह ਸੁਧਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਿੱਲੀ ਦੇ ਵਿੱਚ ਵੀ ਅਸੀਂ ਲੋਕ ਸਭਾ ਜਿਹੜੀਆਂ ਚੋਣਾਂ ਸੀ ਉਹ ਹਾਰੇ ਸੀ ਸਾਲ ਬਾਅਦ ਹੀ ਆਪਾਂ ਵਿਧਾਨ ਸਭਾ ਦੇ ਵਿੱਚ ਕਾਫੀ ਵੱਡੇ ਬਹੁਮਤ ਨਾਲ ਜਿੱਤੇ ਸੋ ਕਹਿਣ ਦਾ ਭਾਵ ਹਾਰ ਜਿੱਤ ਬਣੀ ਹੈ 3 ਮਹੀਨੇ ਜਿਹੜੇ ਸਾਨੂੰ ਸਮਾਂ ਮਿਲਿਆ ਬਹੁਤ ਥੋੜਾ ਮਿਲਿਆ ਕਿਉਂਕਿ ਅਸੀਂ ਆਪਣਾ ਲੋਕਾਂ ਦੇ ਅੱਗੇ ਰਿਪੋਰਟ ਕਾਰਡ ਨਹੀਂ ਲੈ ਕੇ ਜਾ ਸਕੇ ਪ੍ਰੋਪਰਲੀ ਇਹੋ ਲੋਕ ਸਾਡੇ ਜਿਹੜੇ ਨੇ ਇਹਨਾਂ ਨੂੰ ਜਦੋਂ ਅਸੀਂ ਆਪਾਂ ਕੰਮ ਕਰਕੇ ਦੱਸਾਂਗੇ ਆਪ ਜਵਾਬ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਨਾ ਨਾਰਾਜ਼ਗੀ ਵੀ ਜ਼ਾਹਰ ਹੁੰਦੀ ਆ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦੀ ਸਰਕਾਰ ਚੱਲਦੀ ਪਈ ਹੈ ਜੇ ਅੱਜ ਕਾਂਗਰਸ ਦੀ ਗੱਲ ਕਰੀਏ ਉਹ ਕਿੱਥੋਂ ਚੱਲਦੀ ਹੈ ਜੇ ਅੱਜ ਬੀਜੇਪੀ ਦੀ ਗੱਲ ਕਰੀਏ ਕਿੱਥੋਂ ਚੱਲਦੀ ਹੈ ਇਹ ਤੇ ਇੱਕ ਵਿਰੋਧੀ ਪੰਡਦੇ ਨੇ ਹਿਮਾਚਲ ਦੇ ਵਿੱਚ ਵੀ ਜਾ ਰਹੇ ਆ ਗੁਜਰਾਤ ਵਿੱਚ ਵੀ ਜਾ ਰਹੇ ਕਰਨਾਟਕਾ ਵਿੱਚ ਵੀ ਜਾ ਰਹੇ ਆ ਸਾਡਾ ਗ੍ਰਾਫ ਵੱਧ ਰਿਹਾ ਕਿਤੇ ਨਾ ਕਿਤੇ ਹੋ ਸਕਦਾ ਸਾਡੇ 'ਚ ਕੁਝ ਕਮੀਆਂ ਰਹਿ ਗਈਆਂ ਹੋਣ ਆਪਾਂ ਉਹ ਕਮੀਆਂ ਨੂੰ ਦੂਰ ਕਰਾਂਗੇ ਆਪਣੀਆਂ ਔਰ ਕਾਫੀ ਵਧੀਆ ਢੰਗ ਨਾਲ ਮੈਦਾਨ ਦੇ ਵਿੱਚ ਫੇਰ ਉਤਰਾਂਗੇ ਗੋਲੀਆਂ ਪਹਿਲਾਂ ਵੀ ਚੱਲਦੀਆਂ ਸੀ ਨੁਕਸਾਨ ਪਹਿਲਾਂ ਵੀ ਹੁੰਦਾ ਸੀ ਅਕਾਲੀ ਦਲ ਵੇਲੇ ਉਸ ਸਮੇਂ ਇੱਕ ਬਾਪ ਆਪਣੀ ਧੀ ਦੀ ਇੱਜ਼ਤ ਬਚਾਉਣ ਕਰਕੇ ਜਿਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਿਸਟਮ ਪੁਰਾਣਾ ਹੀ ਖਰਾਬ ਹੈ ਫਰਕ ਇਹ ਹੈ ਵੀ ਹੁਣ ਇਮਾਨਦਾਰ ਸਰਕਾਰ ਆਈ ਹੈ ਇਹ ਨੱਥ ਪਾਉਣਾ ਚਾਹੁੰਦਾ ਹੁਣ ਕਰਪਸ਼ਨ ਵਾਲੇ ਬੰਦਿਆਂ ਨੂੰ ਨੱਥ ਪਾ ਰਹੇ ਸਖਤੀ ਨਾਲ ਮੈਦਾਨ ਦੇ ਵਿੱਚ ਆ ਰਹੇ ਹੁਣ ਜੇ ਉਹ ਸਖਤੀ ਨਾਲ ਆਪਾਂ ਫੈਸਲੇ ਵੀ ਲੈਂਦੇ ਆ ਉਹ ਵੀ ਵਿਰੋਧੀ ਜਿਹੜੇ ਉਹ ਵੀ ਤੰਜ ਕੱਸੀ ਜਾਂਦੇ ਸਾਡੇ ਵੱਲੋਂ ਨਹੀਂ ਸਾਡੀ ਸਰਕਾਰ ਨਹੀਂ ਚਾਹੁੰਦੀ ਸਾਡੇ ਲੀਡਰ ਨਹੀਂ ਚਾਹੁੰਦੇ ਕਿਸੇ ਦਾ ਪੁੱਤ ਦੁਨੀਆ ਤੋਂ ਜਾਵੇ ਕਿਸੇ ਦੀ ਮਾਂ ਦੀ ਕੁੱਖ ਉਜੜੇ ਨਹੀਂ ਐਸੀ ਸੋਚ ਸਾਡੀ ਨਹੀਂ ਹੈ ਸਤਿ ਸ਼੍ਰੀ ਅਕਾਲ ਸਕਰੋਲ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਇਸ ਵਕਤ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੈ ਤੇ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਟਾਲਾ ਤੋਂ ਐਮਐਲਏ ਕਲਸੀ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੋਵੇਗਾ ਕਿ ਅੱਜ ਜੋ ਜ਼ਿਮਨੀ ਚੋਣਾਂ ਜੋ ਰਿਜ਼ਲਟ ਸਾਹਮਣੇ ਆਇਆ ਉਸ ਦੇ ਵਿੱਚ ਤੁਹਾਡਾ ਕੀ ਤਰਕ ਹੈ ਦੇਖੋ ਜੀ ਰਿਜ਼ਲਟ ਆਲ ਓਵਰ ਦੁਨੀਆ ਦੇ ਸਾਹਮਣੇ ਹੈ ਪਹਿਲਾਂ ਤਾਂ ਮੈਂ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਬੜਾ ਕੜਾ ਔਰ ਬੜਾ ਫਸਵਾ ਮੁਕਾਬਲਾ ਸੀ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਇਹ ਜਿਹੜੀ ਇਲੈਕਸ਼ਨ ਹੈ ਅਸੀਂ ਇਮਾਨਦਾਰੀ ਨਾਲ ਲੜੇ ਹਾਂ ਕੋਈ ਬੂਥ ਕੈਪਚਰਿੰਗ ਨਹੀਂ ਹੋਈ ਕੋਈ ਧੱਕੇਸ਼ਾਹੀ ਨਹੀਂ ਹੋਈ ਕਿਉਂਕਿ ਮੈਂ ਕਹਿ ਸਕਦਾ ਇਤਿਹਾਸ 'ਚ ਜਿਹੜੀ ਇਹ ਵੀ ਜ਼ਿਮਨੀ ਚੋਣ ਹੈ ਜਿਹੜੀ ਇਹ ਵੀ ਇੱਕ ਲਿਖੀ ਜਾਊਗੀ ਕਿਉਂਕਿ ਇਸ ਇਮਾਨਦਾਰੀ ਨਾਲ ਇਲੈਕਸ਼ਨ ਕਿਉਂਕਿ ਇਮਾਨਦਾਰ ਸਰਕਾਰ ਹੈ ਇਮਾਨਦਾਰੀ ਨਾਲ ਕੰਮ ਹੋਇਆ ਸਾਰਾ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਕਮੀ ਰਹਿ ਗਈ ਕਿ ਆਪ ਸਰਕਾਰ ਜਿਹੜੀ ਆ ਆਪ ਇਸ ਦੇ ਵਿੱਚ ਨਹੀਂ ਜਿੱਤ ਸਕੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੀ ਵਾਰ ਜਿਹੜੀ ਸਾਡੀ ਵੋਟ ਪੋਲ ਹੋਈ ਸੀ ਉਹ 37% ਸੀ ਇਸ ਵਾਰ ਸਾਡੀ ਵੋਟ ਪੋਲ ਹੋਈ ਹੈ 35% ਕਮੀ ਰਹੀ ਹੈ ਅਕਾਲੀ ਦਲ 'ਚ ਕਮੀ ਰਹੀ ਹੈ ਕਾਂਗਰਸ ਦੇ ਵਿੱਚ ਕਿਉਂਕਿ ਉਹਨਾਂ ਦਾ ਵੋਟ ਬੈਂਕ ਕਿੱਥੇ ਸੀ ਅੱਜ ਕਿੱਥੇ ਆ ਗਿਆ ਉਹੀ ਵੋਟ ਬੈਂਕ ਜਿਹੜਾ ਜ਼ਿਆਦਾ ਡਾਇਵਰਟ ਮੈਂ ਸਮਝਦਾ ਵੀ ਮਾਨ ਸਾਹਿਬ ਵੱਲ ਹੋਇਆ ਜਿਸ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਇੱਕੋ ਸੀਟ ਸੀ ਹੈ ਨਾ ਇਸ ਦੇ ਵਿੱਚ ਉਮੀਦਾਂ ਇਹ ਸੀਗੀਆਂ ਕਿ ਆਪ ਜਿੱਤੂਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਵੱਡੀ ਜਿੱਤ ਹਾਸਲ ਹੋਈ ਸੀ ਆਪ ਸਰਕਾਰ ਨੂੰ ਤੇ ਉਸੇ ਤਰੀਕੇ ਦੇ ਨਾਲ ਇਸ ਵਕਤ ਵੀ ਜਿਹੜਾ ਆ ਉਮੀਦ ਜਤਾਈ ਜਾ ਰਹੀ ਸੀ ਕਿ ਇਸ ਵਕਤ ਵੀ ਜਿੱਤ ਸਕਦੀ ਆ ਆਪ ਸਰਕਾਰ ਸੰਗਰੂਰ ਦੇ ਵਿੱਚ ਲੋਕ ਸਭਾ ਸੀਟ ਪਰ ਕਿਉਂ ਮਤਲਬ ਕੀ ਕਮੀ ਰਹਿ ਗਈ ਕਿ ਕਿੱਥੇ ਤੁਹਾਨੂੰ ਕੀ ਲੱਗਦਾ ਕੀ ਚੀਜ਼ ਸੁਧਾਰ ਕਰਨ ਦੀ ਲੋੜ ਹੈ ਕਿ ਆਪ ਸਰਕਾਰ ਦੇ ਵਿੱਚ ਇਸ ਚੀਜ਼ ਦੀ ਕਮੀ ਰਹਿ ਗਈ ਦੇਖੋ ਜੀ ਲੋਕਤੰਤਰ ਰਾਜ ਹੈ ਸੁਧਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਿੱਲੀ ਦੇ ਵਿੱਚ ਵੀ ਅਸੀਂ ਲੋਕ ਸਭਾ ਜਿਹੜੀਆਂ ਚੋਣਾਂ ਸੀ ਉਹ ਹਾਰੇ ਸੀ ਸਾਲ ਬਾਅਦ ਹੀ ਆਪਾਂ ਵਿਧਾਨ ਸਭਾ ਦੇ ਵਿੱਚ ਕਾਫੀ ਵੱਡੇ ਬਹੁਮਤ ਨਾਲ ਜਿੱਤੇ ਸੋ ਕਹਿਣ ਦਾ ਭਾਵ ਹਾਰ ਜਿੱਤ ਬਣੀ ਹੈ ਲੋਕਤੰਤਰ ਰਾਜ ਹੈ ਲੋਕਾਂ ਦਾ ਫਤਵਾ ਹੈ ਜਿਹੜਾ ਮੈਂ ਇਹ ਕਹਿ ਸਕਦਾ ਵੀ 3 ਮਹੀਨੇ ਜਿਹੜੇ ਸਾਨੂੰ ਸਮਾਂ ਮਿਲਿਆ ਬਹੁਤ ਥੋੜਾ ਮਿਲਿਆ ਕਿਉਂਕਿ ਅਸੀਂ ਆਪਣਾ ਲੋਕਾਂ ਦੇ ਅੱਗੇ ਰਿਪੋਰਟ ਕਾਰਡ ਨਹੀਂ ਲੈ ਕੇ ਜਾ ਸਕੇ ਪ੍ਰੋਪਰਲੀ ਹੁਣ ਥੋੜਾ ਸਮਾਂ ਹੈ ਉਹ ਸਮੇਂ ਦੇ ਅਕੋਰਡਿੰਗ ਜਿਹੜਾ ਵਾ ਲੋਕ ਜਵਾਬ ਦੇਣਗੇ ਇਹੋ ਲੋਕ ਸਾਡੇ ਜਿਹੜੇ ਨੇ ਇਹਨਾਂ ਨੂੰ ਜਦੋਂ ਅਸੀਂ ਆਪਾਂ ਕੰਮ ਕਰਕੇ ਦੱਸਾਂਗੇ ਉਹ ਆਪ ਜਵਾਬ ਦੇਣਗੇ ਜੀ ਬਿਲਕੁਲ ਤੁਸੀਂ ਦਿੱਲੀ ਦਾ ਜ਼ਿਕਰ ਕੀਤਾ ਤੇ ਦਿੱਲੀ ਦਾ ਜ਼ਿਕਰ ਕਰੀਏ ਤਾਂ ਫਿਰ ਲੋਕਾਂ ਦੇ ਵੱਲੋਂ ਵੀ ਕਈ ਬਿਆਨ ਸਾਹਮਣੇ ਆਉਂਦੇ ਕਿ ਪੰਜਾਬ ਸਰਕਾਰ ਯਾਨੀ ਭਗਵੰਤ ਮਾਨ ਜੋ ਸਰਕਾਰ ਚਲਾ ਰਹੇ ਨੇ ਉਹ ਦਿੱਲੀ ਦੀ ਤਰਜ਼ ਤੇ ਚਲਾ ਰਹੇ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਨਾ ਨਾਰਾਜ਼ਗੀ ਵੀ ਜ਼ਾਹਰ ਹੁੰਦੀ ਆ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦੀ ਸਰਕਾਰ ਚੱਲਦੀ ਪਈ ਆ ਤੁਹਾਨੂੰ ਲੱਗਦਾ ਹੈ ਕਿ ਉਸ ਕਾਰਨ ਜਿਹੜਾ ਆ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਦੇ ਵਿੱਚ ਪਿੱਛੇ ਰਹਿ ਗਈ ਆਪ ਨਹੀਂ ਜੀ ਅੱਜ ਆਮ ਆਦਮੀ ਪਾਰਟੀ ਦਾ ਫੇਸ ਹੈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਜਨਮ ਕਿੱਥੇ ਹੋਇਆ
ਜੇ ਅੱਜ ਕਾਂਗਰਸ ਦੀ ਗੱਲ ਕਰੀਏ ਉਹ ਕਿੱਥੋਂ ਚੱਲਦੀ ਹੈ, ਜੇ ਅੱਜ ਬੀਜੇਪੀ ਦੀ ਗੱਲ ਕਰੀਏ ਕਿੱਥੋਂ ਚੱਲਦੀ ਹੈ। ਇਹ ਤੇ ਇੱਕ ਵਿਰੋਧੀ ਭੰਡਦੇ ਨੇ, ਇਹ ਵਿਰੋਧੀਆਂ ਦੀਆਂ ਗੱਲਾਂ ਨੇ। ਸਾਡੇ ਪਾਰਟੀ ਲੀਡਰ ਅਰਵਿੰਦ ਕੇਜਰੀਵਾਲ ਜੀ ਨੇ, ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸ਼ੁਰੂਆਤ ਹੋਈ, ਆਸਤੇ ਆਸਤੇ ਅਸੀਂ ਅੱਗੇ ਨੂੰ ਵਧੇ ਹਾਂ, ਸਾਡਾ ਗ੍ਰਾਫ ਵਧਿਆ। ਹਿਮਾਚਲ ਦੇ ਵਿੱਚ ਵੀ ਜਾ ਰਹੇ ਹਾਂ, ਗੁਜਰਾਤ ਵਿੱਚ ਵੀ ਜਾ ਰਹੇ, ਕਰਨਾਟਕਾ ਵਿੱਚ ਵੀ ਜਾ ਰਹੇ ਹਾਂ, ਸਾਡਾ ਗ੍ਰਾਫ ਵੱਧ ਰਿਹਾ। ਲੇਕਿਨ ਰਹੀ ਗੱਲ ਸੰਗਰੂਰ ਦੀ, ਮੈਂ ਤੁਹਾਨੂੰ ਦੱਸ ਦਿਆਂ ਇੱਥੇ ਕਿਤੇ ਨਾ ਕਿਤੇ ਹੋ ਸਕਦਾ ਸਾਡੇ 'ਚ ਕੁਝ ਕਮੀਆਂ ਰਹਿ ਗਈਆਂ ਹੋਣ, ਆਪਾਂ ਉਹ ਕਮੀਆਂ ਨੂੰ ਦੂਰ ਕਰਾਂਗੇ ਆਪਣੀਆਂ, ਔਰ ਕਾਫੀ ਵਧੀਆ ਢੰਗ ਨਾਲ ਮੈਦਾਨ ਦੇ ਵਿੱਚ ਫਿਰ ਉਤਰਾਂਗੇ ਜੀ ਆਪਾਂ। ਜੀ ਬਿਲਕੁਲ, ਜਿਸ ਤਰੀਕੇ ਦੇ ਨਾਲ ਹੁਣ ਨਤੀਜਾ ਲੋਕਾਂ ਦੇ ਸਾਹਮਣੇ ਹੈ ਕਿ ਸਿਮਰਨਜੀਤ ਸਿੰਘ ਮਾਨ ਜਿੱਤ ਚੁੱਕੇ ਨੇ, ਤੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤੇ ਅਰਥ ਵਿਵਸਥਾ ਜਿਹੜੀ ਆ ਕਾਫੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਲਗਾਤਾਰ ਹੀ ਲੁੱਟ ਖੋਹ ਦੀ ਨੀਅਤ ਦੇ ਨਾਲ ਗੋਲੀ ਚਲਾ ਦਿੰਦਾ ਹੈ ਕੋਈ ਵੀ, ਹਰ ਕਿਸੇ ਦੇ ਕੋਲ ਮਤਲਬ ਨਾਰਮਲੀ ਜੋ ਆ ਹੁਣ ਫਾਇਰਿੰਗ ਦੀ ਖਬਰ ਰੋਜ਼ ਹੀ ਆ ਰਹੀ ਹੈ ਤੇ ਲਗਾਤਾਰ ਹੀ ਆ ਰਹੀ ਹੈ। ਤੁਹਾਨੂੰ ਕੀ ਲੱਗਦਾ, ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਬੀਤੇ ਦਿਨਾਂ ਦੇ ਵਿੱਚ ਕਿਹਾ ਗਿਆ ਸੀ ਕਿ ਲੋ ਐਂਡ ਆਰਡਰ ਕੰਟਰੋਲ ਦੇ ਵਿੱਚ ਹੈ ਪੰਜਾਬ ਦੇ ਵਿੱਚ, ਤੁਸੀਂ ਕੀ ਕਹੋਗੇ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਨੂੰ ਕੀ ਲੱਗਦਾ ਇਹ 3 ਮਹੀਨਿਆਂ ਦੀ ਕਾਰਜਗੁਜ਼ਾਰੀ ਹੈ? ਗੋਲੀਆਂ ਪਹਿਲਾਂ ਵੀ ਚੱਲਦੀਆਂ ਸੀ, ਨੁਕਸਾਨ ਪਹਿਲਾਂ ਵੀ ਹੁੰਦਾ ਸੀ। ਅਕਾਲੀ ਦਲ ਵੇਲੇ ਉਸ ਸਮੇਂ ਇੱਕ ਬਾਪ ਆਪਣੀ ਧੀ ਦੀ ਇੱਜ਼ਤ ਬਚਾਉਣ ਕਰਕੇ ਜਿਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸਿਸਟਮ ਪੁਰਾਣਾ ਹੀ ਖਰਾਬ ਹੈ। ਫਰਕ ਇਹ ਹੈ ਵੀ ਹੁਣ ਇਮਾਨਦਾਰ ਸਰਕਾਰ ਆਈ ਹੈ, ਇਹ ਨੱਥ ਪਾਉਣਾ ਚਾਹੁੰਦੀ ਆ। ਹੁਣ ਕਰਪਸ਼ਨ ਵਾਲੇ ਬੰਦਿਆਂ ਨੂੰ ਨੱਥ ਪਾ ਰਹੇ, ਸਖਤੀ ਨਾਲ ਮੈਦਾਨ ਦੇ ਵਿੱਚ ਆ ਰਹੇ ਹਾਂ। ਹੁਣ ਜੇ ਉਹ ਸਖਤੀ ਨਾਲ ਆਪਾਂ ਫੈਸਲੇ ਵੀ ਲੈਂਦੇ ਹਾਂ, ਉਹ ਵੀ ਵਿਰੋਧੀ ਜਿਹੜੇ ਉਹ ਵੀ ਤੰਜ ਕੱਸੀ ਜਾਂਦੇ ਨੇ। ਸੋ ਕਹਿਣ ਦਾ ਭਾਵ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਅਸਲ ਲੋਕ ਫੈਸਲਾ ਜਿਹੜਾ ਉਹ ਤੁਹਾਨੂੰ ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਪਰ 1 ਸਾਲ ਦੇ ਵਿੱਚ ਸਾਡੇ ਲੋਕ ਆਪ ਤੁਹਾਨੂੰ ਕਲੀਅਰਲੀ ਦੱਸ ਦੇਣਗੇ ਵੀ ਵਾਕਈ ਇਹ ਸਰਕਾਰ ਜਿਹੜੀ ਉਹਨਾਂ ਵਾਸਤੇ ਸਭ ਤੋਂ ਬਿਹਤਰ ਸਾਬਤ ਹੋਈ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ 1 ਸਾਲ ਦਾ ਜਿਹੜਾ ਸਮਾਂ ਉਹ ਪ੍ਰੋਪਰ ਚਾਹੀਦਾ ਹੈ ਕਿ ਤਾਂ ਜੋ ਸਰਕਾਰ ਨੂੰ ਵੀ ਇੱਕ ਸਮਾਂ ਮਿਲੇ? ਨਹੀਂ, ਮੈਂ 1 ਸਾਲ ਦਾ ਸਮਾਂ ਨਹੀਂ, ਕਿਉਂਕਿ ਕੰਮ ਤੇ ਸਾਡੇ ਰੂਟੀਨ ਵਾਈਜ਼ ਆ। ਮੈਨੂੰ ਇਹ ਦੱਸੋ ਵੀ ਜਿਹੜੇ ਮਾਨ ਸਾਹਿਬ ਨੇ ਜਿਹੜੇ ਉਹਨਾਂ ਨੇ ਐਲਾਨ ਕੀਤੇ ਨੇ, ਦੱਸੋ ਕਿਹੜਾ ਗਲਤ ਕੀਤਾ? ਭ੍ਰਿਸ਼ਟਾਚਾਰ ਦੇ ਖਿਲਾਫ ਜੇ ਜੰਗ ਝੰਡਾ ਚੁੱਕਿਆ ਤੇ ਆਮ ਆਦਮੀ ਪਾਰਟੀ ਨੇ ਚੁੱਕਿਆ। ਜੇ ਸਭ ਤੋਂ ਪਹਿਲਾਂ ਸਾਡੇ ਮੰਤਰੀ ਦੇ ਵਿੱਚ ਕੋਈ ਕਰਪਸ਼ਨ ਦਾ ਨਜ਼ਰ ਆਇਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਘਰ ਵੱਲ ਵੇਖਿਆ, ਉਸ ਤੋਂ ਬਾਅਦ ਬਾਕੀਆਂ ਵੱਲ ਵੇਖਿਆ। ਸੋ ਕਹਿਣ ਦਾ ਭਾਵ ਆਸਤੇ ਆਸਤੇ ਹਰ ਕੰਮ ਨੂੰ ਸਮਾਂ ਲੱਗਦਾ ਹੈ। ਹੁਣ ਅਸੀਂ ਆਏ ਹਾਂ, ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ, ਜਿਉਂ-ਜਿਉਂ ਜਾ ਰਹੇ ਹਾਂ ਡੇਲੀ ਕੁਝ ਨਾ ਕੁਝ ਸਿੱਖਣ ਨੂੰ ਮਿਲ ਰਿਹਾ। ਡੇਲੀ ਜਿਉਂ-ਜਿਉਂ ਆਪਾਂ ਚੱਲ ਰਹੇ ਹਾਂ ਸਾਡਾ ਤਜਰਬਾ ਕਾਫੀ ਵੱਧ ਰਿਹਾ। ਸਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਨੂੰ ਲੋਕ ਸਿਖਾ ਰਹੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਈ ਦਾਅਵੇ ਕੀਤੇ ਗਏ, ਕਈ ਚੀਜ਼ਾਂ ਵੀ ਲੈ ਕੇ ਆਈਆਂ ਗਈਆਂ ਸੀਐਮ ਸਰਕਾਰ ਦੇ ਵੱਲੋਂ, ਤੇ ਉਹਨਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ 424 ਲੋਕਾਂ ਤੋਂ ਜਿਹੜਾ ਆ ਅਲੱਗ-ਅਲੱਗ ਪਾਰਟੀਆਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਸੀ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀਗਾ। ਹਾਲਾਂਕਿ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਿਹੜਾ ਥ੍ਰੈਟ ਮਿਲਦੀ ਪਈ ਸੀ, ਤੇ ਇੱਥੇ ਕਾਰਨ ਕੀ ਸੀ ਕਿ ਉਹਨਾਂ ਤੋਂ ਸਿਕਿਉਰਿਟੀ ਲਈ ਗਈ ਜਦਕਿ ਪਤਾ ਸੀ, ਤੇ ਉਸ ਤੋਂ ਬਾਅਦ ਹੀ ਵਾਰਦਾਤ ਵਾਪਰੀ, ਉਸ ਤੋਂ ਬਾਅਦ ਸਿਕਿਉਰਿਟੀ ਜਿਹੜਾ ਆ ਹੋਰ ਲੋਕਾਂ ਨੂੰ ਵਾਪਸ ਦੇ ਦਿੱਤੀ ਗਈ। ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਬਹੁਤ ਮਾੜਾ ਹੋਇਆ। ਗੱਲ ਸਿਕਿਉਰਿਟੀ ਵਾਪਸੀ ਦੀ ਨਹੀਂ। ਤੁਸੀਂ ਦੇਖਿਆ ਹੋਊਗਾ ਪਿਛਲੀ ਟਰਮ ਦੇ ਵਿੱਚ ਸਾਡੀ ਮਾਂ ਭੈਣ ਜਾ ਰਹੀ, ਉਹਦਾ ਪਰਸ ਖੋਇਆ ਜਾ ਰਿਹਾ, ਕਿਸੇ ਦੀਆਂ ਚੈਨਾਂ ਲਾਈਆਂ ਜਾ ਰਹੀਆਂ ਨੇ, ਚੋਰੀਆਂ ਹੋ ਰਹੀਆਂ ਨੇ। ਨਵੀਂ ਤੇ ਭਰਤੀ ਹੋਈ ਨਹੀਂ ਸੀ ਹਲੇ ਸਾਡੀ। ਮੈਂ ਇਹ ਕਹਿ ਸਕਦਾ ਵਾਂ ਵੀ ਸਾਨੂੰ ਤਾਂ ਇਹ ਸੀ ਵੀ ਜਿਹੜੀ ਸਿਕਿਉਰਿਟੀ ਜਿੱਥੇ 10-10 ਮੁਲਾਜ਼ਮ ਨੇ ਉੱਥੇ ਥੋੜ੍ਹੇ ਘਟਾ ਕੇ ਉਹੀ ਲੋਕਾਂ ਦੀ ਰਾਖੀ ਵਾਸਤੇ ਉਹਨਾਂ ਨੂੰ ਲੈ ਕੇ ਆਂਦਾ ਜਾਵੇ। ਸੋ ਐਸੀ ਸਾਡੇ ਵੱਲੋਂ ਵਿਜ਼ਨ ਕੋਈ ਨਹੀਂ ਸੀ, ਸਾਡੇ ਵੱਲੋਂ ਨਹੀਂ, ਸਾਡੀ ਸਰਕਾਰ ਨਹੀਂ ਚਾਹੁੰਦੀ, ਸਾਡੇ ਲੀਡਰ ਨਹੀਂ ਚਾਹੁੰਦੇ ਕਿਸੇ ਦਾ ਪੁੱਤ ਦੁਨੀਆ ਤੋਂ ਜਾਵੇ, ਕਿਸੇ ਦੀ ਮਾਂ ਦੀ ਕੁੱਖ ਉਜੜੇ। ਨਹੀਂ, ਐਸੀ ਸੋਚ ਸਾਡੀ ਨਹੀਂ ਹੈ। ਸੋ ਕਹਿਣ ਦਾ ਭਾਵ ਵਿਰੋਧੀ ਹੈ, ਵਿਰੋਧੀਆਂ ਦਾ ਕੰਮ ਹੈ। ਕੋਈ ਨਹੀਂ, ਜੋ ਕਹਿ ਰਹੇ ਨੇ, ਪਰ ਅਸੀਂ ਦਿਲ ਤੇ ਹੱਥ ਰੱਖ ਕੇ ਕਹਿੰਦੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਸੋਚ ਸਕਦੇ। ਬੀਤੇ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ 2008 ਬੈਚ ਦੇ IAS ਸੀਨੀਅਰ ਅਧਿਕਾਰੀ ਸੰਜੇ ਪੋਪਲੀ ਜੋ ਕਿ ਹਿਰਾਸਤ ਦੇ ਵਿੱਚ ਨੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ, ਤੇ ਕੱਲ੍ਹ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਬੇਟੇ ਕਾਰਤਿਕ ਪੋਪਲੀ ਦੇ ਵੱਲੋਂ ਜਿਹੜਾ ਆ ਜੋ ਵਾਰਦਾਤ ਵਾਪਰੀ, ਤੁਹਾਨੂੰ ਪਤਾ ਹੀ ਹੋਵੇਗਾ ਕਿ ਗੋਲੀ ਉਹਨਾਂ ਦੀ ਮੌਤ ਹੋ ਗਈ ਆ। ਤੁਹਾਨੂੰ ਕੀ ਲੱਗਦਾ? ਇੱਕ ਪਾਸੇ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਵਿਜੀਲੈਂਸ ਟੀਮ ਪਹੁੰਚੀ ਸੀ ਉਹਨਾਂ ਦੇ ਵੱਲੋਂ ਇਹ ਵਾਰਦਾਤ ਮਤਲਬ ਉਹਨਾਂ ਨੇ ਅੰਜਾਮ ਦਿੱਤਾ ਹੈ, ਤੇ ਇੱਕ ਪਾਸੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਉਸਨੇ ਸੁਸਾਈਡ ਕੀਤਾ। ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਕੀ ਸੱਚਾਈ ਹੈ?
ਦੇਖੋ ਜੀ, ਜਿਹੜੀ ਤੇ ਇਹ ਵਾਰਦਾਤ ਹੋਈ ਹੈ, ਜਿਹੜਾ ਪੋਪਲੀ ਸਾਹਿਬ ਦਾ ਬੇਟਾ ਅੱਜ ਇਸ ਦੁਨੀਆ ਤੇ ਨਹੀਂ ਰਿਹਾ, ਬੜੀ ਦੁਖਦਾਈ ਖਬਰ ਹੈ। ਸਾਡੀ ਦਿਲੀ ਹਮਦਰਦੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ। ਪਰ ਜੇ ਮੈਂ ਗੱਲ ਕਰਾਂ ਪੋਪਲੀ ਸਾਹਿਬ ਦੇ ਕਰਪਸ਼ਨ ਦੀ, ਤੁਹਾਡੇ ਸਾਹਮਣੇ ਹੀ ਹੈ ਜੋ ਉਹਨਾਂ ਤੋਂ ਬਰਾਮਦ ਹੋਇਆ, ਸੋਨੇ ਦੀਆਂ ਇੱਟਾਂ ਤੱਕ, ਚਾਂਦੀ ਤੱਕ, ਕਈ ਚੀਜ਼ਾਂ ਉਹਨਾਂ ਤੋਂ ਬਰਾਮਦ ਹੋਈਆਂ ਨੇ। ਸੋ ਕਹਿਣ ਦਾ ਭਾਵ ਮੈਂ ਜੋ ਮਹਿਸੂਸ ਕਰ ਰਿਹਾ ਵੀ ਕਈ ਵਾਰੀ ਕਰਪਸ਼ਨ ਜਿਹੜੀ ਹੈ, ਜਦੋਂ ਲੋੜ ਤੋਂ ਵੱਧ ਜਾਵੇ ਨਾ, ਉਹਦਾ ਅੰਜਾਮ ਬੁਰਾ ਹੁੰਦਾ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਅੰਜਾਮ ਤੇ ਲੋਕਾਂ ਲਈ ਸੀ ਜੋ ਕਰਪਸ਼ਨ ਕਰ ਰਹੇ ਸੀ, ਪਰ ਪੋਪਲੀ ਜੀ ਦੇ ਘਰ ਦੇ ਉੱਤੇ ਆਪ ਪੈ ਗਿਆ। ਸੋ ਕਹਿਣ ਦਾ ਭਾਵ ਮੈਂ ਇਹੋ ਗੱਲ ਕਹੂੰਗਾ, ਰੋਟੀ ਹੱਕ ਦੀ ਖਾਈਏ ਜੀ, ਚਾਹੇ ਬੂਟ ਪਾਲਛਾ ਕਰੀਏ। ਸੋ ਕਹਿਣ ਦਾ ਭਾਵ ਘੱਟ ਖਾ ਲਈਏ, ਥੋੜ੍ਹੀ ਖਾ ਲਈਏ, ਪਰ ਖਾਈਏ ਇੱਜ਼ਤ ਦੀ ਜੀ। ਰਵਾਇਤੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਵੱਡੇ ਸਿਆਸੀ ਲੀਡਰ, ਇਸ ਵਾਰੀ ਤੁਸੀਂ ਵੀ ਦੇਖਿਆ ਹੋਵੇਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੇ ਸਿਆਸੀ ਲੀਡਰ ਸੀਗੇ, ਉਹ ਵੀ ਪਿੱਛੇ ਰਹਿ ਗਏ ਸੀ। ਤੇ ਹੁਣ ਜਿਹੜੀ ਜੋ ਆਮ ਜਨਤਾ ਉਹ ਅੱਗੇ ਆਈ ਹੈ। ਤੇ ਹੁਣ ਵੀ ਸੰਗਰੂਰ ਲੋਕ ਸਭਾ ਦੇ ਵਿੱਚ ਗੱਲ ਕਰੀਏ ਤਾਂ ਗੁਰਮੇਲ ਸਿੰਘ, ਜਿਨ੍ਹਾਂ ਨੂੰ ਜਿਹੜਾ ਆ ਸਿਆਸੀ ਉਹਨਾਂ ਦਾ ਸੀਗਾ, ਬਟ ਜ਼ਿਆਦਾ ਪਿਛੋਕੜ ਨਹੀਂ ਸੀ ਉਹਨਾਂ ਦਾ, ਸਟਿਲ ਉਹ ਅੱਗੇ ਆਏ ਨੇ। ਤੇ ਜਿਹੜਾ ਮੁਕਾਬਲਾ ਸੀਗਾ ਉਹ ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਦੇ ਵਿਚਕਾਰ ਹੀ ਸੀ, ਤੇ ਹੋਰ ਜਿਹੜੀ ਪਾਰਟੀ ਸੀ ਉਹ ਪਿੱਛੇ ਹੀ ਰਹਿ ਗਈ। ਤੇ ਇਸ ਦੇ ਵਿੱਚ ਤੁਸੀਂ ਕੀ ਕਹੋ? ਦੇਖੋ ਜੀ, ਜਿਹੜਾ ਮੁਕਾਬਲਾ ਸੀ ਉਹ ਆਮ ਆਦਮੀ ਪਾਰਟੀ ਦਾ ਸੀ, ਮਾਨ ਸਾਹਿਬ ਨਾਲ ਸੀ। ਤੁਸੀਂ ਬਾਕੀ ਪਾਰਟੀਆਂ ਦਾ ਗ੍ਰਾਫ ਦੇਖੋ, ਅਕਾਲੀ ਦਲ ਕਿੱਥੇ ਆ ਅੱਜ? ਕਾਂਗਰਸ ਨੇ ਪਿਛਲੀ ਵਾਰੀ ਕਿੰਨੀ ਲੀਡ ਖੜੀ, ਅੱਜ ਕਿੱਥੇ ਆ? ਸੋ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ, ਲੋਕਾਂ ਦੀ ਪ੍ਰਿय ਪਾਰਟੀ ਹੈ, ਇਮਾਨਦਾਰ ਪਾਰਟੀ ਹੈ। ਔਰ ਮੈਂ ਤੁਹਾਨੂੰ ਦੱਸ ਦਿੰਦਾ, ਆਉਣ ਵਾਲੇ ਸਮੇਂ ਨੂੰ ਲੋਕ ਆਪ ਹੀ ਤੁਹਾਨੂੰ ਦੱਸ ਦੇਣਗੇ ਵੀ ਕਿਹੜੀ ਪਾਰਟੀ ਜਿਹੜੀ ਉਹਨਾਂ ਦੇ ਹਿੱਤ ਲਈ ਹੈ। ਜਿਵੇਂ ਹੁਣ ਆਪ ਸਰਕਾਰ ਕੋਲ ਇੱਕੋ ਹੀ ਸੀਟ ਸੀ ਸੰਗਰੂਰ ਦੇ ਵਿੱਚ, ਲੋਕ ਸਭਾ ਸੀਟ, ਤੇ ਹੁਣ ਉਹ ਵੀ ਸੀਟ ਨਹੀਂ ਆ। ਤੇ ਪਹਿਲਾਂ ਜੇਕਰ ਗੱਲ ਕਰੀਏ 92 ਸੀਟ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਿੱਤ ਹਾਸਲ ਕੀਤੀ, ਤੇ ਉੱਥੋਂ ਜਿਹੜਾ ਸੰਗਰੂਰ ਦੇ ਵਿੱਚ ਵੀ ਉਮੀਦ ਜਤਾਈ ਜਾ ਰਹੀ ਸੀ ਕਿ ਇੱਥੋਂ ਵੀ ਸੀਟ ਜਿਹੜੀ ਆ ਮਿਲ ਜਾਊਗੀ, ਲੇਕਿਨ ਨਹੀਂ ਮਿਲੀ। ਤੇ ਤੁਹਾਨੂੰ ਜਿਹੜਾ ਆ ਕੀ ਲੱਗਦਾ ਕਿ ਪਾਰਟੀ ਦੇ ਵਿੱਚ ਕੀ ਚੀਜ਼ ਹੋਰ ਜਿਹੜੀ ਆ ਚੇਂਜ ਕਰਨ ਦੀ ਲੋੜ ਆ? ਕਿਉਂਕਿ ਲੋਕਾਂ ਦਾ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਉਹਨਾਂ ਦਾ ਯਕੀਨ ਜਿਹੜਾ ਆ ਉਹ ਡਗਮਗਾ ਗਿਆ, ਜਿਸ ਤਰੀਕੇ ਨਾਲ ਉਹਨਾਂ ਨੇ ਦਿਖਾਇਆ ਸੀ ਕਿ ਆਪ ਸਰਕਾਰ ਜਿਹੜੀ ਆ ਉਹ ਸਾਨੂੰ ਜਿਹੜਾ ਬਦਲ ਲੈ ਕੇ ਆਵੇਗੀ ਪੰਜਾਬ ਦੇ ਵਿੱਚ। ਪਰ ਸੰਗਰੂਰ ਦੇ ਲੋਕਾਂ ਨੂੰ ਜਿਹੜਾ ਆ ਇਹ ਯਕੀਨ ਜਿਹੜਾ ਉਹਨਾਂ ਦਾ ਡਗਮਗਾ ਗਿਆ, ਤੇ ਹੁਣ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੱਤਾ। ਦੇਖੋ, ਮੈਂ ਇਹ ਸਾਰੀ ਗੱਲ ਦਾ ਇੱਕੋ ਤੁਹਾਨੂੰ ਜਵਾਬ ਦੇਣਾ ਚਾਹੁੰਦਾ, ਸਮਾਂ ਘੱਟ ਸੀ। ਅਸੀਂ ਆਪਣੀ ਰਿਪੋਰਟ ਕਾਰਡ ਹੱਲੇ ਜਿਹੜੀ ਲੋਕਾਂ ਤੱਕ ਨਹੀਂ ਪਹੁੰਚਾ ਸਕੇ। ਹੁਣ ਆਸਤੇ ਜੋ ਸਾਡੇ ਕੰਮ ਹੋਏ ਨੇ ਉਹ ਲੋਕਾਂ ਤੱਕ ਪਹੁੰਚਾਵਾਂਗੇ, ਲੋਕ ਆਪ ਡਿਸਾਈਡ ਕਰਨਗੇ। ਔਰ ਮੈਂ ਤੁਹਾਨੂੰ ਦੱਸ ਰਿਹਾ, ਜਿੰਨੀ ਇਮਾਨਦਾਰੀ ਤੇ ਤਨਦੇਹੀ ਨਾਲ ਸਾਡੇ ਪਾਰਟੀ ਲੀਡਰ ਭਗਵੰਤ ਮਾਨ ਜੀ, ਉਹਨਾਂ ਦੀ ਜਿਹੜੀ ਸਾਰੀ ਲੀਡਰਸ਼ਿਪ, ਸਾਡੇ 'ਚ ਇੱਕ ਜਜ਼ਬਾ ਹੈ, ਜਨੂਨ ਹੈ ਇੱਕ ਆਪਣੇ ਪੰਜਾਬ ਲਈ ਕੁਝ ਕਰਨ ਦਾ। ਅਸੀਂ ਚਾਹੁੰਦੇ ਹਾਂ, ਜੋ ਸਾਡੇ ਬਜ਼ੁਰਗ ਗੱਲਾਂ ਸੁਣਾਉਂਦੇ ਸੀ ਵੀ ਯਾਰ ਪੰਜਾਬ ਰੰਗਲਾ ਪੰਜਾਬ ਸੀ, ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਜਾਣ ਵਾਲਾ ਪੰਜਾਬ ਸੀ, ਅੱਜ ਪੰਜਾਬ ਕਿੱਥੇ ਰਹਿ ਗਿਆ? ਪੰਜਾਬ ਦਾ ਲੱਖਾਂ ਦੇ ਹਿਸਾਬ ਨਾਲ, ਲੱਖਾਂ ਕਰੋੜਾਂ ਦੇ ਹਿਸਾਬ ਨਾਲ ਪੰਜਾਬ ਤੇ ਕਰਜ਼ਾ ਹੈ। ਕਿੰਨੇ ਕੀਤਾ? 75 ਸਾਲ ਜਿਹੜੀਆਂ ਰਵਾਇਤੀ ਪਾਰਟੀਆਂ ਰਹੀਆਂ। ਅਸੀਂ ਚਾਹੁੰਦੇ ਹਾਂ ਇਸ ਪੰਜਾਬ ਤੋਂ ਵੀ ਕਰਜ਼ਾ ਲਾਈਏ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਪੈਰਾਂ ਤੇ ਖੜਾ ਕਰੀਏ। ਅਸੀਂ ਚਾਹੁੰਦੇ ਹਾਂ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਈਏ। ਔਰ ਮੈਨੂੰ ਆਸ ਹੈ ਅਸੀਂ ਆਉਣ ਵਾਲੇ ਸਮੇਂ ਨੂੰ ਬਹੁਤ ਵਧੀਆ ਪੰਜਾਬ ਦੇ ਵਿੱਚ ਕੰਮ ਕਰਨ ਜਾ ਰਹੇ ਹਾਂ। ਲੋਕਾਂ ਦੀ ਉਮੀਦ ਜਿਹੜੀ ਆ, ਅਸੀਂ ਲੋਕਾਂ ਦੀ ਉਮੀਦ ਤੇ ਖਰੇ ਉਤਰਾਂਗੇ ਜੀ। ਇੱਥੇ ਸਵਾਲ ਜਿਹੜਾ ਪਿੱਛੇ ਰਹਿ ਰਿਹਾ ਕਿ ਤੁਸੀਂ ਕੀ ਇਸ ਵਾਰੀ ਜਿਸ ਤਰੀਕੇ ਨਾਲ ਹਾਰ ਮਿਲੀ ਆ ਆਪ ਸਰਕਾਰ ਨੂੰ ਸੰਗਰੂਰ ਦੇ ਵਿੱਚ, ਤੁਹਾਨੂੰ ਕੀ ਲੱਗਦਾ ਪਾਰਟੀ ਦੇ ਵਿੱਚ ਕੀ ਬਦਲ ਲੈਣ ਦੀ ਜ਼ਰੂਰਤ ਹੈ, ਲਾਉਣ ਦੀ ਜ਼ਰੂਰਤ ਹੈ, ਕਿ ਕੀ ਚੇਂਜਸ ਜੋ ਆ ਕਰਨੀ ਚਾਹੀਦੀ ਆ ਪਾਰਟੀ ਦੇ ਵਿੱਚ, ਤਾਂ ਜੋ ਅੱਗੇ ਇਸ ਤਰੀਕੇ ਦੀ ਹਾਰ ਮੁੜ ਤੋਂ ਨਾ ਮਿਲੇ? ਦੇਖੋ, ਮੈਂ ਤੁਹਾਨੂੰ ਦੱਸਦਾ, ਸਰਕਾਰ ਇਮਾਨਦਾਰੀ ਨਾਲ ਚੱਲ ਰਹੀ ਹੈ। ਵਿਰੋਧੀਆਂ ਦਾ ਭ੍ਰਿਸ਼ਟਾਚਾਰ ਜਿਹੜਾ ਹੈ, ਜੋ ਇਹਨਾਂ ਨੇ ਕੀਤਾ, ਉਹ ਬਰਦਾਸ਼ਤ ਨਹੀਂ ਕਰ ਰਹੀ। ਕੱਲੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਪੰਚਾਇਤੀ ਮੰਤਰੀ ਕਈ ਹਜ਼ਾਰਾਂ ਦੇ ਏਕੜ ਦੇ ਹਿਸਾਬ ਨਾਲ ਉਹਨਾਂ ਨੇ ਜ਼ਮੀਨ ਛਡਵਾਈ ਆ। ਲੋਕਾਂ ਦੇ ਵਿੱਚ ਉਹ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਉਹ ਪੈਸਾ ਆਇਆ। ਕਹਿਣ ਦਾ ਭਾਵ ਸਰਕਾਰ ਬਹੁਤ ਹੀ ਇਮਾਨਦਾਰੀ ਨਾਲ ਚੱਲ ਰਹੀ ਹੈ। ਤੁਹਾਨੂੰ ਮੈਂ ਫਿਰ ਦੱਸਣ ਲੱਗਾ ਵੀ ਸਮਾਂ ਘੱਟ ਹੈ, ਹੁਣ ਸਮਾਂ ਥੋੜ੍ਹਾ ਮਿਲ ਜਾਣਾ ਸਾਨੂੰ,
ਆਪੇ ਆਪਾਂ ਲੋਕਾਂ ਦੇ ਵਿੱਚ ਆਪਣੇ ਕੰਮ ਲੈ ਕੇ ਜਾਵਾਂਗੇ। ਕਮੀਆਂ ਇਹੋ ਮੈਂ ਕਹਿ ਸਕਦਾ ਵੀ ਥੋੜੀ ਜਲਦਬਾਜ਼ੀ ਹੋ ਗਈ। ਸਾਡੇ ਲੋਕ ਸੰਗਰੂਰ ਵਾਲੇ ਹੋ ਸਕਦਾ ਹੈ ਸਮਝ ਨਹੀਂ ਪਾਏ, ਪਰ ਆਉਣ ਵਾਲੇ ਸਮੇਂ ਨੂੰ ਆਪੇ ਪਤਾ ਲੱਗ ਜੂਗਾ ਜੀ, ਸਮਝ ਜਾਣਗੇ, ਕਿਉਂਕਿ ਅਸੀਂ ਉਹਨਾਂ ਦੇ ਹਿੱਤ ਲਈ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਪੰਜਾਬ ਦੇ ਲੋਕਾਂ ਲਈ ਹਿੱਤ ਲਈ ਚੱਲਣਾ ਚਾਹੁੰਦੇ ਹਾਂ। ਸੋ ਮੈਨੂੰ ਆਸ ਹੈ ਅਸੀਂ ਵਧੀਆ ਕਰਕੇ ਵਿਖਾਵਾਂਗੇ ਜੀ। ਥੈਂਕ ਯੂ ਜੀ। ਤਾਂ ਇਹ ਸੀ ਸਾਡੇ ਨਾਲ ਸ਼ਹਿਰੀ ਕਲਸੀ ਬਟਾਲਾ ਤੋਂ ਐਮਐਲਏ, ਜਿਨ੍ਹਾਂ ਨੇ ਸਾਨੂੰ तमाम ਜਾਣਕਾਰੀ ਦਿੱਤੀ ਕਿ ਜਿਸ ਤਰੀਕੇ ਦੇ ਨਾਲ ਅੱਜ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਹਾਰ ਮਿਲੀ ਆ ਉਸ ਦਾ ਕਾਰਨ, ਤੇ ਇਹਨਾਂ ਨੇ ਜਿਹੜਾ ਆ ਨਾਲ ਇਹ ਵੀ ਕਿਹਾ ਕਿ ਅਜੇ ਥੋੜਾ ਟਾਈਮ ਹੋਰ ਚਾਹੀਦਾ। ਜਿਸ ਤਰੀਕੇ ਦੇ ਨਾਲ ਅਜੇ ਬਹੁਤ ਹੀ ਘੱਟ ਸਮਾਂ ਹੋਇਆ ਸਰਕਾਰ ਨੂੰ ਬਣੇ ਹੋਏ, ਤੇ ਹੋਰ ਸਮਾਂ ਲੱਗੇਗਾ ਤੇ ਪੰਜਾਬ ਜਿਹੜਾ ਆ ਰੰਗਲਾ ਪੰਜਾਬ ਬਣ ਜਾਵੇਗਾ। ਸਤਿ ਸ਼੍ਰੀ ਅਕਾਲ।